ਵੈਲਕਮ ਟੂ ਲਰਨ ਵਿਦ ਲੂਸੀਅਨ। ਸੋ ਦੋਸਤੋ, ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਲੂਸੈਂਟ ਬੁੱਕ ਹੈ, ਜਿਹੜੀ ਲੂਸੈਂਟ ਜੀ ਕੇ ਬੁੱਕ ਹੈ, ਉਹਨੂੰ ਆਪਾਂ ਸੈਕਸ਼ਨ ਵਾਈਜ਼ ਸਟਾਰਟ ਕੀਤਾ ਹੈ। ਤਾਂ ਇੱਕ ਵੀਡੀਓ ਜਿਹੜੀ ਹੈਗੀ ਆ ਜੀਓਗ੍ਰਾਫੀ ਦੀ ਇੰਟਰੋਡਕਸ਼ਨ ਦੀ, ਉਹ ਆਲਰੇਡੀ ਆਪਾਂ ਪੇਜ 'ਤੇ ਅਪਲੋਡ ਕਰ ਚੁੱਕੇ ਹਾਂ। ਤਾਂ ਅੱਜ ਆਪਾਂ ਸ਼ੁਰੂ ਕਰ ਰਹੇ ਹਾਂ ਹਿਸਟਰੀ ਦਾ। ਤਾਂ ਅੱਜ ਜਿਹੜਾ ਹੈਗਾ ਹਿਸਟਰੀ ਦਾ ਜਰਨਲ ਟੋਪਿਕ ਹੈ, ਜਰਨਲ ਇੰਟਰੋਡਕਸ਼ਨ ਦਾ। ਤਾਂ ਉਸ ਤੋਂ ਬਾਅਦ ਅਗਲੇ ਚੈਪਟਰ ਦੇ ਵਿੱਚ, ਅਗਲੇ ਲੈਕਚਰਸ ਦੇ ਵਿੱਚ ਆਪਾਂ ਹਿਸਟਰੀ ਨੂੰ ਸੈਕਸ਼ਨ ਵਾਈਜ਼ ਸਟਾਰਟ ਕਰਾਂਗੇ। ਜਿੱਦਾਂ ਆਪਾਂ 3 ਪਲੇਲਿਸਟਾਂ ਬਣਾ ਲਾਂਗੇ ਹਿਸਟਰੀ ਦੀਆਂ। ਇੱਕ ਆਪਣੀ ਐਂਸ਼ੀਅੰਟ ਹਿਸਟਰੀ ਹੋ ਜੂਗੀ, ਇੱਕ ਤੁਹਾਡੀ ਮੀਡੀਵਲ ਹਿਸਟਰੀ ਹੋ ਜੂਗੀ, ਅਤੇ ਇੱਕ ਤੁਹਾਡੀ ਹੋ ਜੂਗੀ ਮਾਡਰਨ ਹਿਸਟਰੀ। ਤਾਂ ਇਹਦੇ ਨਾਲ ਫਾਇਦਾ ਇਹ ਹੋਊਗਾ ਕਿ ਆਪਾਂ ਸਾਈਡ ਬਾਏ ਸਾਈਡ ਜ਼ਿਆਦਾ ਕੰਟੈਂਟ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਕਵਰ ਕਰ ਪਾਵਾਂਗੇ। ਕਿ ਇੱਕ ਪਾਸੇ ਐਂਸ਼ੀਅੰਟ ਹਿਸਟਰੀ ਚੱਲੀ ਜਾ ਰਹੀ ਆ, ਨਾਲ ਮੈਡੀਵਲ ਅਤੇ ਮਾਡਰਨ ਵੀ ਚੱਲੀ ਜਾ ਰਹੀਆਂ ਨੇ। ਤਾਂ ਕੀ ਹੈ ਕਿ ਕਈ ਵਾਰੀ ਕਿਸੇ ਬੱਚੇ ਨੂੰ ਮਾਡਰਨ ਹਿਸਟਰੀ ਦੇ ਵਿੱਚ ਡਾਊਟਸ ਹੁੰਦੇ ਨੇ, ਐਂਸ਼ੀਅੰਟ ਅਤੇ ਮੈਡੀਵਲ ਕਲੀਅਰ ਹੁੰਦੀ ਆ ਜਾਂ ਕਿੱਦਾਂ ਵੀ, ਤਾਂ ਉਹ ਜਿਹੜਾ ਹੈਗਾ ਉਹ ਮਤਲਬ ਨਾਲ ਜਿਹੜੀ ਹੈਗੀ ਆ ਉਹਨੂੰ ਰਿਪੀਟ ਵੀ ਕਰ ਸਕਦਾ ਮਾਡਰਨ ਹਿਸਟਰੀ ਨੂੰ। ਤਾਂ ਇਸ ਤਰੀਕੇ ਨਾਲ ਆਪਾਂ ਚੱਲਾਂਗੇ। ਤਾਂ ਅੱਜ ਆਪਾਂ ਇੰਟਰੋਡਕਟਰੀ ਜਿਹੜਾ ਹੈਗਾ ਉਹ ਪਾਰਟ ਪਾ ਰਹੇ ਹਾਂ ਹਿਸਟਰੀ ਦਾ। ਤਾਂ ਸ਼ੁਰੂ ਕਰਨ ਲੱਗੇ ਆ। ਅੱਜ ਜਿਹੜੀ ਇਨਫੋਰਮੇਸ਼ਨ ਆਪਾਂ ਸ਼ੇਅਰ ਕਰਨੀ ਆ, ਹੋ ਸਕਦਾ ਉਹ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਥੋੜ੍ਹੀ ਜਿਹੀ ਘੱਟ ਇੰਪੋਰਟੈਂਟ ਹੋਵੇ, ਯਾਨੀ ਕਿ ਸਿੱਧੇ ਕੁਐਸਚਨ ਉਹਦੇ 'ਚੋਂ ਨਹੀਂ ਚੱਕੇ ਜਾ ਸਕਦੇ ਹੁੰਦੇ। ਪਰ ਜਦੋਂ ਅਸੀਂ ਸਬਜੈਕਟ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਉਹਦੀ ਬੇਸਿਕ ਚੀਜ਼ਾਂ ਨੇ ਥੋੜ੍ਹੀਆਂ ਜਿਹੀਆਂ, ਉਹਦੀ ਜਿਹੜੀ ਜਿੱਦਾਂ ਉਹਦੀਆਂ ਟਰਮਸ ਹੋ ਗਈਆਂ, ਉਹਦੇ ਅੱਗੇ ਜਿਹੜੇ ਸਬ ਪਾਰਟਸ ਹੁੰਦੇ ਨੇ ਉਹ ਹੋ ਗਏ, ਜਾਂ ਫਿਰ ਉਹਦੇ 'ਚ ਇੰਪੋਰਟੈਂਟ ਪੀਪਲ ਜਿਨ੍ਹਾਂ ਨੇ ਉਹਦੇ ਵਿੱਚ ਯੋਗਦਾਨ ਪਾਇਆ ਜਾਂ ਇਨਵੈਂਸ਼ਨਸ ਕੀਤੀਆਂ ਨੇ, ਉਹਨਾਂ ਦੀ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਸਟੱਡੀ ਕਰਨੀ ਇੱਕ ਤਰ੍ਹਾਂ ਜ਼ਰੂਰੀ ਹੋ ਜਾਂਦੀ ਆ। ਤਾਂ ਅੱਜ ਆਪਾਂ ਹਿਸਟਰੀ ਦਾ ਇੰਟਰੋਡਕਟਰੀ ਪਾਰਟ ਕਰਾਂਗੇ। ਉਹਦੇ 'ਚ ਕਾਫੀ ਚੀਜ਼ਾਂ ਇੰਪੋਰਟੈਂਟ ਵੀ ਹੋਣਗੀਆਂ ਜਿਹੜੀਆਂ ਤੁਹਾਨੂੰ ਹੋ ਸਕਦਾ ਕਲੀਅਰ ਨਾ ਹੋਣ, ਤਾਂ ਤੁਸੀਂ ਅੱਜ ਕਲੀਅਰ ਕਰ ਲੈਣੀਆਂ ਨੇ। ਤਾਂ ਸ਼ੁਰੂ ਕਰਦੇ ਹਾਂ ਜੀ ਹਿਸਟਰੀ ਦਾ ਸੈਕਸ਼ਨ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਕੁਐਸਚਨ ਆਉਂਦਾ ਹੈ ਕਿ ਵਾਟ ਇਜ਼ ਹਿਸਟਰੀ। ਹਿਸਟਰੀ ਹੈ ਕੀ ਹੈ, ਇਤਿਹਾਸ ਕੀ ਹੈ। ਤਾਂ ਇਹਦੇ 'ਚ ਆਪਾਂ ਕਹਿੰਦੇ ਕਿ ਸਟੱਡੀ ਆਫ ਪਾਸਟ ਇਜ਼ ਕਾਲਡ ਹਿਸਟਰੀ। ਤਾਂ ਜਿਹੜਾ ਆਪਣਾ ਭੂਤਕਾਲ ਦਾ ਅਧਿਐਨ ਆ, ਜਿਹੜਾ ਆਪਣਾ ਲੰਘ ਚੁੱਕਿਆ ਸਮਾਂ, ਅੱਜ ਤੋਂ 100 ਸਾਲ ਪਹਿਲਾਂ, 200 ਸਾਲ ਪਹਿਲਾਂ, 50 ਸਾਲ ਪਹਿਲਾਂ, ਜਾਂ ਜਿੰਨਾ ਵੀ ਟਾਈਮ, ਉਹ ਜਿਹੜਾ ਟਾਈਮ ਆ ਉਹਦੇ ਬਾਰੇ ਅਧਿਐਨ ਕਰਨਾ, ਉਹਦੀ ਸਟੱਡੀ ਕਰਨੀ, ਉਹਦੇ ਬਾਰੇ ਜਾਂਚ ਪੜਤਾਲ ਕਰਨੀ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਹਿਸਟਰੀ ਕਹਿ ਦਿੰਦੇ ਹਾਂ ਐਜ਼ ਅ ਸਬਜੈਕਟ। ਅੱਗੇ ਸਿੰਪਲ ਜੀ ਇਨਫੋਰਮੇਸ਼ਨ ਹੈ ਕਿ ਜਿਹੜੀ ਹਿਸਟਰੀ ਸ਼ਬਦ ਹੈ ਉਹ ਗਰੀਕ ਜਿਹੜਾ ਹੈਗਾ ਭਾਸ਼ਾ ਦਾ ਸ਼ਬਦ ਹੈ ਹਿਸਟੋਰੀਆ ਦਾ, ਜਿਹਦਾ ਮਤਲਬ ਹੈ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ, ਜਾਂਚ ਪੜਤਾਲ ਕਰਨੀ। ਤਾਂ ਨੌਲੇਜ ਜਿਹੜੀ ਹੈਗੀ ਆ ਉਹਨੂੰ ਆਪਾਂ ਜਾਂਚ ਪੜਤਾਲ ਕਰਕੇ ਨੌਲੇਜ ਇਕੱਠੀ ਕਰਦੇ ਹਾਂ, ਉਹਨੂੰ ਹਿਸਟੋਰੀਆ ਜਾਂ ਹਿਸਟਰੀ ਕਹਿ ਦਿੰਦੇ ਨੇ। ਉਸ ਤੋਂ ਬਾਅਦ ਅੱਗੇ ਇੱਕ ਹੋਰ ਫੈਕਚੁਅਲ ਇਨਫੋਰਮੇਸ਼ਨ ਹੈ ਕਿ ਜਿਹੜਾ ਗਰੀਕ ਹਿਸਟੋਰੀਅਨ ਹੀਰੋਡੋਟਸ ਆ, ਜਿਹੜਾ ਉਹਨੂੰ ਫਸਟ ਹਿਸਟੋਰੀਅਨ ਆਫ ਦਾ ਵਰਲਡ ਕਿਹਾ ਜਾਂਦਾ ਹੈ। ਉਹਨੇ ਦਾ ਹਿਸਟਰੀਜ਼ ਨਾਂ ਦੀ ਇੱਕ ਬੁੱਕ ਲਿਖੀ ਸੀ 430 BC ਦੇ ਵਿੱਚ, ਜਿਹਦੇ 'ਚ ਉਹਨੇ ਯੂਨਾਨ ਅਤੇ ਈਰਾਨ ਵਗੈਰਾ ਦੀ ਹਿਸਟਰੀ ਜਿਹੜੀ ਹੈਗੀ ਆ ਕੰਟਰੀਜ਼ ਦੀ, ਗਰੀਕ ਦੀ, ਪਰਸ਼ੀਆ ਦੀ, ਉਹਦੀਆਂ ਵਾਰਸ ਵਗੈਰਾ ਦੀ ਹਿਸਟਰੀ ਜਿਹੜੀ ਸੀਗੀ ਉਹ ਲਿਖੀ ਸੀ। ਤਾਂ ਸਭ ਤੋਂ ਪਹਿਲਾਂ ਜਿਹੜਾ ਰੋਮਨ ਫਿਲੋਸੋਫਰ ਸਿਸਰੋ ਜਿਹੜਾ ਹੈਗਾ, ਉਹਨੇ ਉਹਨੂੰ ਆਪਣੇ ਹੀਰੋਡੋਟਸ ਨੂੰ ਫਾਦਰ ਆਫ ਹਿਸਟਰੀ ਕਿਹਾ ਸੀ। ਇਸ ਤੋਂ ਬਿਨਾਂ ਬੁੱਕ ਦੇ ਵਿੱਚ ਹੋਰ ਵੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿੱਤੀ ਹੋਈ ਹੈ, ਜਿਵੇਂ ਕਿ ਫਾਦਰ ਆਫ ਮਾਡਰਨ ਹਿਸਟਰੀ ਆ ਜਿਹੜਾ, ਉਹ ਲਿਓਪੋਲਡ ਵੌਨ ਰੌਂਕੇ ਨੂੰ ਕਿਹਾ ਜਾਂਦਾ ਹੈ। ਤਾਂ ਇਸ ਤੋਂ ਬਿਨਾਂ ਹੋਰ ਥੋੜ੍ਹੇ ਜਿਹੇ ਫੈਕਟ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਐਕਸਪਲੇਨ ਕਰਨ ਦੇ ਵਿੱਚ ਕੋਈ ਖਾਸ ਫਾਇਦਾ ਨਹੀਂ ਹੈਗਾ। ਬਟ ਅਗਰ ਤੁਸੀਂ ਐਜ਼ ਅ ਨੌਲੇਜ, ਐਜ਼ ਅ ਪੀਸ ਆਫ ਨੌਲੇਜ, ਐਜ਼ ਅ ਫੈਕਟ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਪੌਜ਼ ਕਰਕੇ ਪੜ੍ਹ ਵੀ ਸਕਦੇ ਹੋ। ਅਗਲਾ ਜਿਹੜਾ ਟੌਪਿਕ ਹੈ ਸਿਸਟਮ ਆਫ ਡੇਟਿੰਗ, ਇਹ ਕਾਫੀ ਇੰਪੋਰਟੈਂਟ ਆ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਤੁਸੀਂ ਇਹਨੂੰ ਇੰਪੋਰਟੈਂਟ ਮੰਨ ਸਕਦੇ ਹੋ, ਕਿਉਂਕਿ ਆਪਾਂ ਪੜ੍ਹਦੇ ਜ਼ਰੂਰ ਹਾਂ ਡੇਟਸ ਬਾਰੇ, BC AD 319 BC, 326 BC, ਠੀਕ ਹੈ ਜੀ, ਜਿੱਦਾਂ 1500 BC ਹੋ ਗਿਆ ਜਾਂ AD ਹੋ ਗਿਆ। ਬਟ ਸਾਨੂੰ ਬਹੁਤ ਵਾਰੀ ਇੱਦਾਂ ਹੁੰਦਾ ਹੈ ਕਿ ਸਾਨੂੰ ਉਹਦੇ ਮਤਲਬ ਨਹੀਂ ਪਤਾ ਹੁੰਦਾ ਕਿ BC ਕੀ ਹੁੰਦਾ, AD ਕੀ ਹੁੰਦਾ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਗੁਪਤਾ ਪੀਰੀਅਡ ਸੀਗਾ ਉਹ 319 AD ਤੋਂ 550 AD ਤੱਕ ਚੱਲਿਆ, ਅਤੇ ਜਿਹੜਾ ਮੌਰੀਆ ਪੀਰੀਅਡ ਸੀਗਾ ਉਹ 322 BC ਤੋਂ 185 BC ਤੱਕ ਚੱਲਿਆ। ਤਾਂ ਸਾਨੂੰ ਕਈ ਵਾਰੀ ਇਸ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ। ਤਾਂ ਇਸ ਲਈ ਆਪਾਂ ਇਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕਰਾਂਗੇ। ਹਾਂਜੀ, ਤਾਂ ਜਿਹੜਾ BC ਹੈ ਉਹ ਜਦੋਂ ਆਪਾਂ ਕਹਿੰਦੇ ਹਾਂ 326 BC ਜਾਂ ਕੋਈ ਵੀ, ਤਾਂ BC ਦਾ ਜਿਹੜਾ ਸਿੰਪਲ ਫੁੱਲ ਫੋਰਮ ਮੀਨਿੰਗ ਹੁੰਦਾ ਹੈ ਉਹ ਕਹਿੰਦੇ ਆਪਾਂ ਬਿਫੋਰ ਕ੍ਰਾਈਸਟ। ਠੀਕ ਹੈ ਜੀ, ਮਤਲਬ ਹੈ ਕਿ ਇਹ ਜਿਹੜਾ ਕ੍ਰਿਸਚਨ ਕੈਲੰਡਰ ਦੇ ਹਿਸਾਬ ਨਾਲ ਇਹਨਾਂ ਨੇ ਡੇਟਿੰਗ ਸਿਸਟਮ ਜਿਹੜਾ ਹੈਗਾ ਉਹ ਫਿਕਸ ਕੀਤਾ ਸੀਗਾ। ਇਹਨੂੰ ਆਪਾਂ ਗਰਜੋਰੀਅਨ
ਕੈਲੰਡਰ ਵੀ ਕਹਿ ਦਿੰਦੇ ਆ, ਕ੍ਰਿਸਚਨ ਕੈਲੰਡਰ ਵੀ ਕਹਿ ਦਿੰਦੇ ਆ। ਤਾਂ ਇਹਦੇ 'ਚ ਜੀਸਸ ਕ੍ਰਾਈਸਟ ਜਿਹੜੇ ਯਿਸੂ ਮਸੀਹ ਸੀ ਉਹਨਾਂ ਦੀ ਜਿਹੜਾ ਹੈਗਾ ਜੀਵਨ ਕਾਲ ਦੇ ਨਾਲ ਸੰਬੰਧਿਤ ਇਹਨਾਂ ਨੇ ਡੇਟਿੰਗ ਸਿਸਟਮ ਜਿਹੜਾ ਹੈਗਾ ਉਹ ਬਣਾਇਆ ਸੀ। BC ਦਾ ਮਤਲਬ ਆ ਬਿਫੋਰ ਕ੍ਰਾਈਸਟ। ਇਹਦਾ ਮਤਲਬ ਕੀ ਹੈ ਕਿ ਜਦੋਂ ਯਿਸੂ ਮਸੀਹ ਦਾ ਜਿਹੜਾ ਹਲੇ ਜਨਮ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਦੇ ਜਿਹੜੇ ਟਾਈਮ ਕਾਲ ਨੂੰ ਜਿਹੜਾ ਸਮਾਂ ਕਹਿੰਦੇ ਆ ਉਹਨੂੰ ਆਪਾਂ BC ਕਹਿ ਦਿੰਦੇ ਆ, ਬਿਫੋਰ ਕ੍ਰਾਈਸਟ। ਜਿੱਦਾਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਗੌਤਮ ਬੁੱਧਾ ਵਾਜ਼ ਬੋਰਨ ਇਨ 563 BC। ਤਾਂ ਇਹਦਾ ਸਿੱਧਾ ਮਤਲਬ ਇਹ ਬਣਦਾ ਹੈ ਕਿ ਜਿਹੜਾ ਗੌਤਮ ਬੁੱਧਾ ਜੀ ਦਾ ਜਨਮ ਹੈ ਉਹ ਯਿਸੂ ਮਸੀਹ ਦੇ ਜਨਮ ਤੋਂ 563 ਸਾਲ ਪਹਿਲਾਂ ਹੋਇਆ। ਠੀਕ ਹੈ ਜੀ, ਤਾਂ ਇਹਦਾ ਇਹ ਮਤਲਬ ਬਣਦਾ ਹੈ। ਅਤੇ ਜਿਹੜੀ ਉਹਨਾਂ ਦੀ ਡੈਥ ਹੋਈ ਆ ਉਹ ਜਿਹੜੀ ਹੋਈ ਆ ਉਹ 483 BC ਨੂੰ ਹੋਈ ਆ। ਤਾਂ ਇਹਦੇ 'ਚ ਇੱਕ ਫੈਕਟ ਹੈ ਕਿ ਜਿਹੜੇ BC ਦੇ ਸਾਲ ਨੇ ਉਹ ਹਮੇਸ਼ਾ ਘਟਦੇ ਕ੍ਰਮ ਦੇ ਵਿੱਚ ਜਾਂਦੇ ਨੇ। ਜਿੱਦਾਂ ਕਿ ਆਪਾਂ ਕਹਿੰਦੇ ਹਾਂ ਕਿ ਬਰਥ ਜਿਹੜਾ ਹੈਗਾ ਉਹ 563 BC ਨੂੰ ਹੋਇਆ ਅਤੇ ਜਿਹੜਾ ਡੈਥ ਹੈ ਉਹ 483 BC ਨੂੰ ਹੋਇਆ। ਜਦ ਕਿ ਆਪਣੇ ਜਿਹੜੇ ਸਾਲ ਨੇ ਉਹ ਚੱਲਦੇ ਹੁੰਦੇ ਨੇ ਸਿੰਪਲੀ ਵੱਧਦੇ ਕ੍ਰਮ ਦੇ ਵਿੱਚ। ਜਿਵੇਂ ਹੁਣ 2022 ਚੱਲਦਾ ਹੈ, ਫਿਰ 23 ਚੱਲੂਗਾ, 24, 25, ਅੱਜ ਤੋਂ 5 ਸਾਲ ਬਾਅਦ 27 ਚੱਲੂਗਾ। ਬਟ ਜਿਹੜੇ ਬਿਫੋਰ ਕ੍ਰਾਈਸਟ ਹੈ ਇਹ ਪਿੱਛੇ ਨੂੰ ਕਿਉਂ ਚੱਲਦਾ? ਇਹ ਪਿੱਛੇ ਨੂੰ ਇਸੇ ਲਈ ਚੱਲਦਾ ਕਿ ਜਿਹੜਾ ਕ੍ਰਾਈਸਟ ਦਾ ਜਨਮ ਹੈ ਉਹਦੇ ਜਾਣੀ ਆਪਾਂ ਉਹ ਤੋਂ ਪਹਿਲਾਂ ਗਿਣਦੇ ਹਾਂ ਵੀ ਪਹਿਲਾਂ ਜਿਹੜਾ ਹੈਗਾ ਉਹ ਟਾਈਮ ਪੀਰੀਅਡ ਜਿਹੜਾ ਹੈਗਾ ਉਹ ਯਿਸੂ ਮਸੀਹ ਦੇ ਬਰਥ ਤੋਂ ਕਿੰਨੇ ਟਾਈਮ ਪਹਿਲਾਂ ਸੀ। ਤਾਂ ਜਿਹੜਾ ਗੌਤਮ ਬੁੱਧ ਹੈ ਉਹਨਾਂ ਦਾ ਜਨਮ 563 ਸਾਲ ਪਹਿਲਾਂ ਹੋਇਆ। ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਉਮਰ ਭੋਗੀ ਹੈ ਜਿਹੜੀ, ਠੀਕ ਹੈ ਜੀ, ਉਹ ਉਮਰ ਭੋਗ ਕੇ ਉਹ 483 BC ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਤਾਂ ਮਤਲਬ ਕੀ ਆ ਕਿ ਉਹ ਕ੍ਰਾਈਸਟ ਦੇ ਬਰਥ ਦੇ ਨੇੜੇ ਆ ਗਏ ਨਾ ਜਿਉਂ ਟਾਈਮ ਟੱਪਿਆ। ਜਿੱਦਾਂ ਆਪਾਂ ਕਹਿੰਦੇ ਕਿ 2022 ਦੇ 20 ਸਾਲ ਪਹਿਲਾਂ ਕੀ ਸੀ, ਠੀਕ ਹੈ ਜੀ, ਤਾਂ ਉਹ ਸੀਗਾ ਆਪਣਾ 2002। ਅਤੇ ਹੁਣ ਜੇ ਆਪਾਂ ਕਹੀਏ ਵੀ 2022 ਤੋਂ 10 ਸਾਲ ਪਹਿਲਾਂ ਕੀ ਸੀ ਤਾਂ ਉਹ ਤੁਹਾਡਾ ਆ ਗਿਆ 2012। ਤਾਂ ਇੱਦਾਂ ਕਰਕੇ ਜਿਹੜਾ ਬਿਫੋਰ ਕ੍ਰਾਈਸਟ ਆ ਇਹ ਪਿੱਛੇ ਨੂੰ ਚੱਲਦਾ ਹੈ। ਤਾਂ ਇਹ ਪਿੱਛੇ ਨੂੰ ਕਦੋਂ ਤੱਕ ਚੱਲਦਾ ਹੈ? ਜਦੋਂ ਤੱਕ ਯਿਸੂ ਮਸੀਹ ਦਾ ਬਰਥ ਨਹੀਂ ਹੋਇਆ ਸੀ। ਤਾਂ ਜਦੋਂ ਯਿਸੂ ਮਸੀਹ ਦਾ ਬਰਥ ਹੋ ਗਿਆ ਤਾਂ ਉਸ ਤੋਂ ਬਾਅਦ BC ਜਿਹੜਾ ਹੈਗਾ ਉਹ 0 'ਤੇ ਹੋ ਜਾਂਦਾ ਅਤੇ AD ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ। ਅਤੇ ਹੁਣ ਅੱਗੇ ਆਪਾਂ ਪੜ੍ਹਦੇ ਹਾਂ AD ਕੀ ਚੀਜ਼ ਹੈ। AD ਜਿਹੜਾ ਹੈਗਾ ਇਹਦੀ ਫੁੱਲ ਫੋਰਮ ਜਿਹੜੀ ਹੈਗੀ ਆ ਉਹਦਾ ਮਤਲਬ ਹੈ ਐਨੋ ਡੋਮੀਨੀ। ਤਾਂ ਇਹ ਜਿਹੜਾ ਹੈਗਾ ਲੈਟਿਨ ਭਾਸ਼ਾ ਦਾ ਸ਼ਬਦ ਹੈ ਜਿਹਨੂੰ ਕਹਿੰਦੇ ਆਪਾਂ ਇਨ ਦਾ ਈਅਰਸ ਆਫ ਲੋਰਡ। ਮਤਲਬ ਕੀ ਹੋ ਗਿਆ ਕਿ ਜਦੋਂ ਯਿਸੂ ਮਸੀਹ ਦਾ ਸਮਾਂ ਸੀ, ਜਦੋਂ ਯਿਸੂ ਮਸੀਹ ਦਾ ਜਨਮ ਹੋਇਆ ਅਤੇ ਉਹਨਾਂ ਦਾ ਸਮਾਂ ਜੀਵਨ ਕਾਲ ਚੱਲ ਰਿਹਾ ਸੀ, ਉਸ ਦੌਰਾਨ ਜਿਹੜਾ ਆਪਣਾ ਟਾਈਮ ਪੀਰੀਅਡ ਆ ਉਹਨੂੰ ਆਪਾਂ AD ਕਹਿਣ ਲੱਗ ਪਏ ਹਾਂ। ਤਾਂ BC ਹੋ ਗਿਆ ਬਰਥ ਤੋਂ ਪਹਿਲਾਂ, ਬਿਫੋਰ ਬਰਥ ਜਾਂ ਬਿਫੋਰ ਕ੍ਰਾਈਸਟ। ਅਤੇ ਜਿਹੜਾ AD ਆ ਉਹ ਜਦੋਂ ਬਰਥ ਤੋਂ ਬਾਅਦ ਉਹਨਾਂ ਦਾ ਜੀਵਨ ਕਾਲ ਚੱਲਿਆ ਉਦੋਂ ਸ਼ੁਰੂ ਹੋਇਆ। ਤਾਂ ਜਿਹੜਾ AD ਹੈ ਇਹ ਆਪਣਾ ਸਿੰਪਲ ਜਿਵੇਂ ਅੱਜ ਵੀ ਆਪਣਾ AD ਹੀ ਚੱਲ ਰਿਹਾ ਵਾ 2022, 2023, 2024। ਇਹ ਜਿਹੜਾ ਹੈਗਾ ਇਹ ਤੁਹਾਡਾ ਵੱਧਦੇ ਕ੍ਰਮ ਦੇ ਵਿੱਚ ਹੀ ਚੱਲਦਾ ਹੈ। ਅਤੇ ਜਿਹੜਾ AD ਹੈ ਇਹਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਆ ਜਦੋਂ ਜੀਸਸ ਕ੍ਰਾਈਸਟ ਜਿਹੜਾ ਯਿਸੂ ਮਸੀਹ ਆ ਉਹਨਾਂ ਦਾ ਜਨਮ ਹੋਇਆ ਸੀ। ਜਿੱਦਾਂ ਇਹਨਾਂ ਨੇ ਐਗਜ਼ਾਮਪਲ ਦੇ ਵਿੱਚ ਲਿਖਿਆ ਹੋਇਆ ਜੀਸਸ ਕ੍ਰਾਈਸਟ ਵਾਜ਼ ਕਰੂਸੀਫਾਈਡ ਇਨ 30 AD। ਮਤਲਬ ਕੀ ਹੋ ਗਿਆ ਕਿ ਜਦੋਂ ਕਰੂਸੀਫਾਈਡ ਦਾ ਮਤਲਬ ਹੁੰਦਾ ਸਲੀਬ 'ਤੇ ਚੜਾਉਣਾ ਜਾਂ ਸੂਲੀ ਦੇਣੀ, ਕਿਸੇ ਨੂੰ ਸੂਲੀ 'ਤੇ ਚਾੜ੍ਹਨਾ। ਤਾਂ ਜਦੋਂ ਯਿਸੂ ਮਸੀਹ ਨੂੰ ਸ਼ਹੀਦ ਕੀਤਾ ਗਿਆ ਸੀ ਜਾਂ ਉਹਨਾਂ ਨੂੰ ਸੂਲੀ 'ਤੇ ਚੜਾਇਆ ਗਿਆ ਸੀ ਤਾਂ ਉਹ 30 AD ਦਾ ਜਿਹੜਾ ਹੈਗਾ ਉਹ ਡੇਟ ਸੀਗੀ, ਸਮਾਂ ਸੀ। ਤਾਂ 30 AD ਦਾ ਮਤਲਬ ਕੀ ਹੈ ਕਿ ਉਦੋਂ ਯਿਸੂ ਮਸੀਹ ਦੀ ਜਿਹੜੀ ਉਮਰ ਆ ਉਹ ਵੀ 30 ਸਾਲ ਸੀ। ਮਤਲਬ ਕੀ ਹੋਇਆ ਕਿ ਜਦੋਂ ਯਿਸੂ ਮਸੀਹ ਦਾ ਜਨਮ ਹੋਇਆ ਉਦੋਂ AD ਜਿਹੜੇ ਹੈਗੇ ਨੇ ਸਾਲ ਉਹ ਸਟਾਰਟ ਹੋਏ। ਤਾਂ 30 AD ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਕਿ ਉਦੋਂ ਉਮਰ ਉਹਨਾਂ ਦੀ 30 ਸਾਲ ਸੀ। ਤਾਂ ਉਸ ਤੋਂ ਬਾਅਦ ਇਹ ਇੱਦਾਂ ਹੀ ਐਜ਼ ਇਟ ਇਜ਼ ਹੀ ਚੱਲਦਾ ਰਿਹਾ। ਦੱਸਿਆ ਕਿ ਇਹ ਜਿਹੜਾ ਹੈਗਾ ਵੱਧਦੇ ਕ੍ਰਮ ਦੇ ਵਿੱਚ ਚੱਲਦਾ। ਤਾਂ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਜਿਹੜਾ ਹੈਗਾ ਹਜ਼ਰਤ ਮੁਹੰਮਦ ਵਾਜ਼ ਬੋਰਨ ਇਨ 570 AD। ਤਾਂ 570 AD ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਹੀ ਡਾਈਡ ਇਨ 632 ਯਾਨੀ 632 AD ਦੇ ਵਿੱਚ। ਜਿਵੇਂ ਅੱਜ ਕੱਲ੍ਹ ਚੱਲ ਰਿਹਾ ਵਾ ਕਿ ਕੋਈ ਬੰਦਾ 1945 ਦੇ ਵਿੱਚ ਉਹਦਾ ਜਨਮ ਹੋਇਆ ਕਿਸੇ ਬਜ਼ੁਰਗ ਦਾ ਅਤੇ 2022 ਦੇ ਵਿੱਚ ਜਾਂ 21 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਤਾਂ ਇਹ ਸਿੰਪਲੀ ਜਾਣੀ ਇੱਕ ਐਗਜ਼ਾਮਪਲ ਹੈ, ਇਹਨੂੰ ਦਿਲ 'ਤੇ ਨਹੀਂ ਲੈਣਾ। ਤਾਂ ਇਸ ਤਰੀਕੇ ਨਾਲ ਇਹ ਵੱਧਦੇ ਕ੍ਰਮ ਦੇ ਵਿੱਚ ਜਿਹੜਾ ਹੈਗਾ AD ਉਹ ਚੱਲਦਾ ਹੈ। ਤਾਂ ਅੱਗੇ ਆ ਗਈ ਜੀ ਤੁਹਾਡੀ ਟਾਈਮ ਲਾਈਨ। ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ BC ਈਅਰ ਨੇ ਉਹ ਪਿੱਛੇ ਨੂੰ ਚੱਲਦੇ ਨੇ, ਠੀਕ ਹੈ। ਜਿਵੇਂ ਜਿਵੇਂ ਟਾਈਮ ਵੱਧਦਾ ਇਹਨਾਂ ਦੀ ਜਿਹੜੀ ਡੇਟਸ ਨੇ ਉਹ ਘੱਟਦੀਆਂ ਜਾਂਦੀਆਂ ਨੇ। ਜਿਵੇਂ 500 BC ਹੋ ਗਿਆ, ਫਿਰ 599 ਆਊਗਾ, ਫਿਰ 598 ਆਊਗਾ। ਜਿਉਂ ਵਧੀ ਜਾਊਗਾ ਟਾਈਮ BC ਦੇ ਜਿਹੜੇ ਈਅਰਸ ਨੇ ਉਹਨਾਂ ਦੀ ਕਾਊਂਟਿੰਗ ਜਿਹੜੀ ਹੈਗੀ ਆ ਉਹ ਘੱਟਦੀ ਜਾਊਗਾ। ਇਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਅਤੇ AD ਨੇ ਜਿਹੜੇ ਇਹਨਾਂ ਨੂੰ ਵੱਧਦੇ ਕ੍ਰਮ ਦੇ ਵਿੱਚ ਜਾਣਾ ਹੈ ਕਿ ਜਦੋਂ ਆਪਣੇ ਜੀਸਸ ਕ੍ਰਾਈਸਟ ਦਾ ਜਨਮ ਹੋ ਗਿਆ ਉਸ ਤੋਂ ਬਾਅਦ AD ਸ਼ੁਰੂ ਹੋ ਗਿਆ। ਤਾਂ 1 AD 2 AD 3 AD ਤਾਂ ਇਸ ਤਰ੍ਹਾਂ ਕਰਦੇ ਕਰਦੇ ਅੱਜ ਆਪਾਂ 2022 AD ਤੱਕ ਪਹੁੰਚ ਚੁੱਕੇ ਹਾਂ।
ਤਾਂ ਇਹ ਜਿਹੜੇ ਸੀਗੇ ਇਹ ਸੀਗਾ ਤੁਹਾਡਾ ਡੇਟਿੰਗ ਸਿਸਟਮ ਸੀ ਤੇ ਏਡੀ ਦਾ ਕੰਸੈਪਟ। ਇਸ ਤੋਂ ਬਾਅਦ ਛੋਟਾ ਜਿਹਾ ਕੰਸੈਪਟ ਆ ਤੁਹਾਡਾ ਟਾਈਮ ਗਲੋਸਰੀ ਦਾ, ਕਿ ਜਿਹੜੇ ਟਾਈਮ ਪੀਰੀਅਡ ਨੇ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ, ਕੀ ਕਹਿ ਕੇ ਬੁਲਾਉਂਦੇ ਹਾਂ। ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਬੇਸਿਕ ਟੋਪਿਕ ਨੇ ਇਹ ਤੁਹਾਨੂੰ ਜਿਵੇਂ ਹਿਸਟਰੀ ਪੜ੍ਹਨ ਲਈ ਜਾਂ ਡੇਟਸ ਵਗੈਰਾ ਪੜ੍ਹਨ ਲਈ ਇਹ ਜਾਣੀ ਉਦੋਂ ਹੈਲਪਫੁਲ ਹੋਣਗੇ ਕਿ ਤੁਸੀਂ ਜਦੋਂ ਪੜ੍ਹਨਾ ਡਿਕੇਡ ਵਗੈਰਾ ਤਾਂ ਤੁਹਾਨੂੰ ਪਤਾ ਹੋਊਗਾ ਡਿਕੇਡ ਕਿਹਨੂੰ ਕਹਿੰਦੇ ਨੇ, ਸੈਂਚੁਰੀ ਕਿਹਨੂੰ ਕਹਿੰਦੇ ਨੇ। ਹਾਂਜੀ, ਤਾਂ ਪਹਿਲਾਂ ਡਿਕੇਡ ਦੀ ਗੱਲ ਕਰਦੇ ਹਾਂ। ਡਿਕੇਡ ਦਾ ਮਤਲਬ ਹੁੰਦਾ ਦ ਪੀਰੀਅਡ ਆਫ 10 years, ਮਤਲਬ ਕੀ ਹੋ ਗਿਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਦਹਾਕਾ ਕਹਿੰਦੇ ਹਾਂ। ਦਹਾਕਾ 10 ਸਾਲ, ਠੀਕ ਹੈ। ਪਹਿਲਾਂ ਆਪਾਂ ਸੈਂਚਰੀ ਦੀ ਗੱਲ ਜੇ ਕਰ ਲਈਏ ਤਾਂ ਇਹ ਹੈ ਕਿ ਸੈਂਚਰੀ ਜਿਹੜੀ ਹੈਗੀ ਆ ਉਹ ਟਾਈਮ ਪੀਰੀਅਡ ਆਫ 100 years ਕਹਿੰਦੇ ਆ, 100 ਸਾਲ ਨੂੰ ਆਪਾਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸਦੀ ਕਹਿੰਦੇ ਹਾਂ, ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਸੈਂਚੁਰੀ ਕਹਿ ਦਿੰਦੇ ਹਾਂ। ਅਤੇ ਸੈਂਚੁਰੀ ਜਿਹੜੀ ਹੈਗੀ ਹੈ ਉਹ 100 ਸਾਲ ਦਾ ਟਾਈਮ ਹੁੰਦਾ। ਜਿਵੇਂ ਕਹਿ ਲਓ ਕਿ 1901 ਤੋਂ ਲੈ ਕੇ 2000 ਤੱਕ ਇੱਕ ਸਦੀ ਬਣੀ ਆ, ਅਤੇ ਹੁਣ 2001 ਤੋਂ ਲੈ ਕੇ, ਠੀਕ ਹੈ ਜੀ, 3000 ਤੱਕ ਇੱਕ ਹੋਰ ਸਦੀ ਬਣੂਗੀ। ਤਾਂ ਇੱਦਾਂ ਜਿਹੜਾ ਹੈਗਾ ਸਦੀ ਹੁੰਦਾ। ਅਤੇ ਇਹ ਜਿਹੜਾ ਫਸਟ ਹਾਫ ਲਿਖਿਆ ਤਾਂ ਉਹ ਕਹਿੰਦੇ ਨੇ ਜਿਵੇਂ ਆਪਾਂ ਸਦੀ ਨੂੰ 2 ਭਾਗਾਂ ਦੇ ਵਿੱਚ ਵੰਡ ਲਈਏ 50-50 ਸਾਲ ਦੇ ਵਿੱਚ, ਤਾਂ ਪਹਿਲੇ 50 ਸਾਲ ਦੇ ਟਾਈਮ ਪੀਰੀਅਡ ਨੂੰ 1901 ਤੋਂ 1950 ਤੱਕ ਕਹਿ ਲਓ ਉਹਨੂੰ ਫਸਟ ਹਾਫ ਕਹਿੰਦੇ ਨੇ। ਉਸ ਤੋਂ ਬਾਅਦ 1951 ਜਾਂ ਕਿੰਨੇ ਵੀ 51 ਤੋਂ ਲੈ ਕੇ ਉਹਦੇ 100 ਤੱਕ ਉਹਨੂੰ ਸੈਕਿੰਡ ਹਾਫ ਕਹਿੰਦੇ ਨੇ। ਇਹਦੇ 'ਚ ਕੋਈ ਕਨਫਿਊਜ਼ਨ ਨਹੀਂ ਹੋਣੀ। ਤਾਂ ਹੁਣ ਅੱਗੇ ਆ ਗਿਆ ਦਹਾਕਾ। ਜਿਵੇਂ ਤੁਹਾਨੂੰ ਦੱਸਿਆ ਸੀ ਕਿ 10 ਸਾਲ ਦਾ ਟਾਈਮ ਪੀਰੀਅਡ ਆ ਕੋਈ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਹਨੂੰ ਆਪਾਂ ਦਹਾਕਾ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਡਿਕੇਡ ਕਹਿੰਦੇ ਹਾਂ। ਅਤੇ ਕਈ ਵਾਰੀ ਹੁੰਦਾ ਵਾ ਫਸਟ ਡਿਕੇਡ, ਸੈਕਿੰਡ ਡਿਕੇਡ। ਫਸਟ ਡਿਕੇਡ ਦਾ ਮਤਲਬ ਹੁੰਦਾ ਹੈ 1901 ਜਾਂ ਕਿਸੇ ਵੀ ਉਹਦੇ 'ਚ ਪਹਿਲੇ ਸਾਲ ਤੋਂ ਲੈ ਕੇ, ਜਿਵੇਂ 2001 ਤੋਂ ਲੈ ਕੇ 2010 ਤੱਕ ਇਸ ਸਦੀ ਦਾ ਪਹਿਲਾ ਦਹਾਕਾ ਸੀ। ਅਤੇ ਫਿਰ 2011 ਤੋਂ ਲੈ ਕੇ 2020 ਤੱਕ ਦੂਜਾ ਦਹਾਕਾ ਹੋ ਗਿਆ। ਅਤੇ ਹੁਣ ਅੱਗੇ ਇੱਦਾਂ ਹੀ ਤੀਜਾ ਚੌਥਾ ਚੱਲਦਾ ਰਹੂਗਾ। ਅਤੇ ਕਈ ਵਾਰੀ ਡੇਟਿੰਗ ਦੇ ਵਿੱਚ ਮੈਂ ਦੱਸ ਰਿਹਾ ਵਾਂ ਵੀ ਡੇਟਿੰਗ ਦੇ ਵਿੱਚ ਉਹਨਾਂ ਨੇ ਕੀ ਕਿਹਾ ਹੁੰਦਾ ਹੈ ਕਿ ਜਿਵੇਂ 1500 ਦੇ ਪਹਿਲੇ ਦਹਾਕੇ ਤੱਕ ਜਿਹੜਾ ਸੀਗਾ ਉਹ ਫਲਾਣਾ ਪੀਰੀਅਡ ਰਿਹਾ, ਤਾਂ ਤੁਸੀਂ ਉਹਦੇ 'ਚ ਕਈ ਵਾਰੀ ਕਨਫਿਊਜ਼ ਹੋ ਜਾਂਦੇ ਹੋ। ਇਸ ਲਈ ਇਹਨੂੰ ਐਕਸਪਲੇਨ ਕਰਨਾ ਜ਼ਰੂਰੀ ਸੀ। ਇਸ ਤੋਂ ਅੱਗੇ ਆ ਗਿਆ ਜੀ ਮਿਲੇਨੀਅਮ। ਮਿਲੇਨੀਅਮ ਦਾ ਮਤਲਬ ਹੁੰਦਾ ਟਾਈਮ ਪੀਰੀਅਡ ਆਫ 1000 year, 1000 ਸਾਲ ਦੇ ਸਮੇਂ ਨੂੰ, ਟਾਈਮ ਪੀਰੀਅਡ ਨੂੰ, ਸਮਾਂ ਕਾਲ ਨੂੰ ਆਪਾਂ ਮਿਲੇਨੀਅਮ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ। ਅਗਲਾ ਕੰਸੈਪਟ ਹੈ ਜੀ ਕੈਲੰਡਰ ਦਾ। ਗਰਜੋਰੀਅਨ ਕੈਲੰਡਰ ਅਤੇ ਜੂਲੀਅਨ ਕੈਲੰਡਰ। ਇਹਨੂੰ ਆਪਾਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਕਰਨਾ, ਸਿਰਫ ਇੱਕ ਸਿੰਪਲ ਇੱਕ ਲਾਈਨ ਦੇ ਵਿੱਚ ਇਹਦੀ ਐਕਸਪਲੇਨੇਸ਼ਨ ਕਰ ਦੇਣੀ ਆ। ਤਾਂ ਜਿਹੜਾ ਜੂਲੀਅਨ ਕੈਲੰਡਰ ਆ ਇਹ 46 BC ਦੇ ਵਿੱਚ ਕਿੰਗ ਜੂਲੀਅਸ ਸੀਜ਼ਰ ਦੇ ਦੁਆਰਾ ਜਾਣੀ ਸ਼ੁਰੂ ਕੀਤਾ ਗਿਆ ਸੀ। ਅਤੇ ਜਿਹੜਾ ਕ੍ਰਿਸਚਨ ਕੈਲੰਡਰ ਹੈ 527 AD ਦੇ ਵਿੱਚ ਮੌਂਕ ਨੇ ਇੱਕ ਨੇ ਸ਼ੁਰੂ ਕੀਤਾ ਸੀ। ਅਤੇ ਜਿਹੜਾ ਗਰਜੋਰੀਅਨ ਕੈਲੰਡਰ ਹੈ, ਗ੍ਰੇਜੋਰੀਅਨ ਦਾ ਮਤਲਬ ਇਹ ਇੰਪੋਰਟੈਂਟ ਇਸ ਲਈ ਹੈ ਕਿਉਂਕਿ ਜਿਹੜਾ ਹੁਣ ਤੱਕ ਯੂਨੀਵਰਸਲ ਕੈਲੰਡਰ ਹੈ ਜਨਵਰੀ ਫਰਵਰੀ ਵਾਲਾ, ਇਹ ਗਰਜੋਰੀਅਨ ਕੈਲੰਡਰ ਹੀ ਹੈ। ਤਾਂ ਇਹ ਕੈਲੰਡਰ ਜਿਹੜਾ ਹੈਗਾ ਉਹ 1582 AD ਦੇ ਵਿੱਚ, ਈਸਵੀ ਦੇ ਵਿੱਚ ਜਿਹੜਾ ਹੈਗਾ ਉਹ ਇੰਟਰੋਡਿਊਸ ਹੋਇਆ ਸੀ। ਅਤੇ ਰੋਮਨ ਦੇ ਪੋਪ ਜਿਹੜਾ ਹੈਗਾ ਗ੍ਰੇਜੁਆਏ ਨੇ ਇਹਨੂੰ ਲਾਂਚ ਕੀਤਾ ਸੀ, ਇਸ ਲਈ ਇਹਨੂੰ ਗਰਜੋਰੀਅਨ ਕੈਲੰਡਰ ਵੀ ਕਹਿੰਦੇ ਨੇ। ਇਸ ਤੋਂ ਬਿਨਾਂ ਜਿਹੜਾ ਆਪਣਾ ਇੰਡੀਅਨ ਕੈਲੰਡਰ ਹੈ, ਨੈਸ਼ਨਲ ਕੈਲੰਡਰ, ਜਿਹੜਾ ਆਪਣੇ ਜਾਣੀ ਕਿ ਬਹੁਤ ਸਾਰੇ ਇੰਸਟੀਟਿਊਟਸ ਗੌਰਮੈਂਟ ਸੈਕਟਰ ਦੇ ਵਿੱਚ ਯੂਜ਼ ਕੀਤਾ ਜਾਂਦਾ, ਤਾਂ ਉਹਨੂੰ ਕਹਿੰਦੇ ਨੇ ਸਾਕਾ ਸੰਵਤ। ਜਿੱਦਾਂ ਆਪਣੇ ਦੇਸੀ ਮਹੀਨੇ ਹੁੰਦੇ ਨੇ ਜਿਵੇਂ ਚੇਤਰ, ਵਿਸਾਖ, ਹਿੰਦੀ ਦੇ ਵਿੱਚ ਵੀ ਇੱਦਾਂ ਹੁੰਦੇ ਨੇ, ਅਤੇ ਆਪਾਂ ਪੰਜਾਬੀ ਦੇ ਵਿੱਚ ਵੀ ਇੱਦਾਂ ਹੀ ਚੇਤ, ਵਿਸਾਖ, ਸਾਉਣ, ਭਾਦੋ ਕਹਿੰਦੇ ਹਾਂ। ਤਾਂ ਇਹ ਜਿਹੜਾ ਹੈਗਾ ਇਹ ਸਾਕਾ ਸੰਵਤ, ਵਿਕਰਮੀ ਸੰਵਤ ਵੀ ਕਹਿੰਦੇ ਨੇ, ਉਹਦੇ ਤੋਂ ਬਣਿਆ। ਉਂਝ ਜਾਣੀ ਕਿ ਹਰ ਜਗ੍ਹਾ ਦੇ ਉੱਤੇ ਜਨਵਰੀ ਫਰਵਰੀ ਵਾਲਾ ਗਰਜੋਰੀਅਨ ਕੈਲੰਡਰ ਜਿਹੜਾ ਹੈਗਾ ਉਹੀ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਂਦਾ। ਤਾਂ ਠੀਕ ਹੈ ਜੀ, ਅੱਜ ਲਈ ਇੰਨਾ ਬਹੁਤ ਹੈ। ਤਾਂ ਸਾਡਾ ਇੰਟਰੋਡਕਸ਼ਨ ਦਾ ਟੋਪਿਕ ਜਿਹੜਾ ਹੈਗਾ ਉਹ ਖ਼ਤਮ ਹੋ ਗਿਆ। ਅਤੇ ਹੁਣ ਅੱਗੇ ਤੋਂ ਆਪਾਂ ਸੈਕਸ਼ਨ ਵਾਈਜ਼ ਸ਼ੁਰੂ ਕਰਾਂਗੇ, ਜਿਵੇਂ ਐਨਸ਼ੀਅੰਟ, ਮੈਡੀਵਲ ਅਤੇ ਮਾਡਰਨ ਦਾ। ਅਤੇ ਪਲੇਲਿਸਟਾਂ ਦੇ ਵਿੱਚ ਵੀਡੀਓਜ਼ ਆਉਂਦੀਆਂ ਰਹਿਣਗੀਆਂ। ਸੋ ਤੁਸੀਂ ਸਿਰਫ ਇੱਕ ਹੀ ਕੰਮ ਕਰਨਾ, ਧਿਆਨ ਲਾ ਕੇ ਪੜ੍ਹਨਾ, ਨੋਟਸ ਬਣਾਉਣੇ ਨੇ। ਅਗਰ ਕੋਈ ਕੁਐਰੀ ਆ ਤਾਂ ਪੁੱਛਣਾ ਜ਼ਰੂਰ ਹੈ ਕਮੈਂਟ ਸੈਕਸ਼ਨ ਦੇ ਵਿੱਚ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ। ਧੰਨਵਾਦ।